ਦੋਸਤੋ, ਅੱਜ ਦੀ ਜਿਹੜੀ ਕਹਾਣੀ ਹੈ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਹਾਂ, ਉਹ ਹੈ ਨੌਰੰਗ ਸਿੰਘ ਹੁਣਾਂ ਦੀ ਲਿਖੀ ਹੋਈ ਕਹਾਣੀ ਮੁਰਕੀਆਂ। ਮੈਨੂੰ ਪਤਾ ਹੈ ਕਿ ਇਹ ਤੁਸੀਂ ਸਕੂਲੀ ਜੀਵਨ ਦੇ ਵਿੱਚ, ਜੇ ਤੁਸੀਂ ਆਪਣੇ ਪ੍ਰਾਇਮਰੀ ਸਕੂਲ ਦੇ ਵਿੱਚ ਪੰਜਾਬੀ ਪੜ੍ਹੀ ਹੋਈ ਆ ਜਾਂ ਹਾਈ ਸਕੂਲ ਦੌਰਾਨ, ਮੇਰੇ ਖਿਆਲ ਦੇ ਨਾਲ ਹਾਈ ਸਕੂਲ ਦੌਰਾਨ, ਅਤੇ ਉਸ ਸਮੇਂ ਤੁਸੀਂ ਤੁਹਾਡੇ ਸਿਲੇਬਸ ਦੇ ਵਿੱਚ, ਸਾਡੇ ਸਿਲੇਬਸ ਦੇ ਵਿੱਚ ਇਹ ਕਹਾਣੀ ਪੜ੍ਹੀ ਆਪਾਂ। ਬੜਾ ਸੰਜੀਦਗੀ ਨਾਲ ਨਹੀਂ ਰਿਹਾ। ਪਹਿਲਾਂ ਵੀ ਮੈਂ ਤੁਹਾਨੂੰ ਕਿਹਾ ਸੀ ਕਿ ਉਹ ਉਮਰ ਇੱਦਾਂ ਦੀ ਸੀਗੀ ਕਿ ਸਿਲੇਬਸ ਪੜ੍ਹ ਲਓ ਫਟਾਫਟ, ਹੈ ਨਾ। ਅਤੇ ਪਰ ਜਦੋਂ ਉਹ ਕਹਾਣੀਆਂ ਨੂੰ ਦੁਬਾਰਾ ਪੜ੍ਹਿਆ, ਬਾਅਦ ਦੇ ਵਿੱਚ ਮੈਂ 2 ਵਾਰੀ ਆਪਣੇ ਰੇਡੀਓ ਸ਼ੋਅ ਦੇ ਜ਼ਰੀਏ, ਇਹ 3 ਵਾਰੀ ਅਸਲ ਦੇ ਵਿੱਚ ਸਾਂਝੀ ਕੀਤੀ ਸਮੇਂ ਦੇ ਉੱਤੇ, ਕਿਉਂਕਿ 5 ਸਾਲ ਹੋ ਗਿਆ ਮੈਨੂੰ ਇਸ ਸਟੇਸ਼ਨ ਦੇ ਨਾਲ ਜੁੜਿਆ ਹੋਇਆ। ਅਤੇ ਤੁਸੀਂ ਬਹੁਤ ਰੋਏ, ਔਰ ਕਹਾਣੀ ਹੀ ਇੰਨੀ ਜਜ਼ਬਾਤੀ ਹੈ। ਅਤੇ ਮੈਂ ਤਾਂ ਹੀ ਤੁਹਾਨੂੰ ਗੁਜ਼ਾਰਿਸ਼ ਕੀਤੀ ਸੀ ਕਿ ਕੁਝ ਇਸ ਤਰ੍ਹਾਂ ਦੀਆਂ ਕਹਾਣੀਆਂ ਨੇ, ਜਿਵੇਂ ਮੁਰਕੀਆਂ ਉਹਨਾਂ ਦੇ ਵਿੱਚੋਂ ਇੱਕ ਹੈ। ਆਪਣੇ ਬੱਚਿਆਂ ਨੂੰ, ਜਿਨ੍ਹਾਂ ਨੂੰ ਕਿ ਖਾਸ ਤੌਰ 'ਤੇ ਅਸੀਂ ਸਭ ਕੁਝ ਚੀਜ਼ ਪ੍ਰੋਵਾਈਡ ਕਰਦੇ ਹਾਂ, PlayStation 5 ਲੈ ਦਿੰਦੇ ਹਾਂ, iPhone ਲੈ ਦਿੰਦੇ ਹਾਂ, ਮਹਿੰਗਾ ਸਮਾਨ ਹੈ, ਚੰਗੀ ਗੱਲ ਹੈ, ਤੁਹਾਡੀ ਪੁੱਜਤ ਹੈ, ਆਪਾਂ ਹਿੰਮਤ ਕੀਤੀ ਹੈ ਅਤੇ ਆਪਣੇ ਬੱਚਿਆਂ ਨੂੰ ਪ੍ਰੋਵਾਈਡ ਕਰ ਰਹੇ ਹਾਂ। ਪਰ ਨਾ ਹੋਣ ਦਾ ਦੁੱਖ ਸਾਡੇ ਬਜ਼ੁਰਗਾਂ ਨੇ, ਸਾਡੇ ਪੇਰੈਂਟਸ ਨੇ ਕਿਤੇ ਨਾ ਕਿਤੇ ਹੰਢਾਇਆ। ਚੀਜ਼ਾਂ ਨਾ ਹੋਣ ਦਾ ਦੁੱਖ, ਪੈਸੇ ਦੀ ਥੁੜ, ਗਰੀਬੀ ਜਾਂ ਇਹਦੇ ਵਿੱਚ ਭੁੱਖ ਹੈ। ਔਰ ਬਹੁਤ ਲੋਕਾਂ ਨੇ ਇੰਨੇ ਜਿਹੜੀ ਤਰੱਕੀ ਕੀਤੀ ਆ, ਉਹਨਾਂ ਦੇ ਪਿੱਛੇ ਜ਼ਰੂਰੀ ਨਹੀਂ ਕਿ ਉਹ ਜੰਮਦੇ ਹੀ ਉਹਨਾਂ ਦੇ ਮੂੰਹ ਦੇ ਵਿੱਚ ਜਿਹੜਾ ਸੋਨੇ ਦਾ ਜਾਂ ਚਾਂਦੀ ਦਾ ਜਿਹੜਾ ਚਮਚਾ ਸੀ, ਨਹੀਂ। ਕਈਆਂ ਨੇ ਬਹੁਤ ਜ਼ੀਰੋ ਤੋਂ ਥੱਲੇ ਤੋਂ ਉੱਠ ਕੇ ਲੋਕ ਉੱਪਰ ਤੱਕ ਗਏ ਨੇ। ਇਸੇ ਤਰ੍ਹਾਂ ਦੀ ਇੱਕ ਕਹਾਣੀ ਹੈ। ਅੱਧ ਦੀ ਗਰੀਬੀ ਇਹਦੇ ਵਿੱਚ ਦਿਖਾਈ ਗਈ ਹੈ, ਅੱਧ ਦੀ ਭੁੱਖ ਦਿਖਾਈ ਗਈ ਹੈ। ਮੇਰੀ ਬੇਨਤੀ ਹੈ ਤੁਹਾਨੂੰ, ਇਹ ਕਹਾਣੀ ਪੋਡਕਾਸਟ 'ਤੇ ਹੈ, ਜਦੋਂ ਮਰਜ਼ੀ ਇਹਨੂੰ ਚਲਾ ਲਿਓ। ਕਿਤੇ ਵੀਕਐਂਡ ਹੋਇਆ, ਆਪਣੇ ਬੱਚਿਆਂ ਨੂੰ ਜ਼ਰੂਰ ਸੁਣਾਇਓ। ਉਦਾਸ ਹੋ ਜਾਣਗੇ ਉਹ, ਤੁਸੀਂ ਵੀ ਉਦਾਸ ਹੋ ਜਾਵੋਗੇ, ਪਰ ਕੋਈ ਗੱਲ ਨਹੀਂ। ਉਹਨਾਂ ਨੂੰ ਫਿਰ ਸਮਝਾਇਓ ਕਿ ਜਿਹੜੀਆਂ ਅਸੀਂ ਤਰੱਕੀਆਂ ਕੀਤੀਆਂ ਨੇ, ਚੀਜ਼ਾਂ ਸਾਨੂੰ ਮਿਲਦੀਆਂ ਨੇ, ਇਹਦੀ ਬਹੁਤ ਵੱਡੀ ਕਾਸਟ ਆ। ਸਾਡੇ ਪੇਰੈਂਟਸ ਨੇ ਜਦੋਜਹਿਦ ਕੀਤੀ ਹੈ, ਮਿੱਟੀ ਦੇ ਨਾਲ ਮਿੱਟੀ ਹੋ ਕੇ, ਖੂਨ ਪਸੀਨੇ ਦੀ ਕਮਾਈ ਅਸਲ ਦੇ ਵਿੱਚ ਕੈਨੇਡਾ ਵਰਗੇ ਮੁਲਕ ਦੇ ਵਿੱਚ ਹੈ ਜੀ। ਅਤੇ ਉਹ ਤਾਂ ਹੋਇਆ ਜੀ, ਟਰੱਕ ਚਲਾਏ ਨੇ, ਹਫ਼ਤਾ ਘਰੋਂ ਬਾਹਰ ਰਹਿ ਕੇ, ਵੇਅਰ ਹਾਊਸਾਂ ਦੇ ਵਿੱਚ, ਫੈਕਟਰੀਆਂ ਦੇ ਵਿੱਚ ਅਸੀਂ ਕੰਮ ਕਰਕੇ ਤਾਂ ਅਸੀਂ ਬੱਚਿਆਂ ਨੂੰ ਪ੍ਰੋਵਾਈਡ ਕਰ ਰਹੇ ਹਾਂ। ਅਤੇ ਇੱਕ ਤਾਂ ਬੱਚਿਆਂ ਦੇ ਵਿੱਚ ਹਲੀਮੀ ਆਏਗੀ, ਔਰ ਸਾਨੂੰ ਐਪਰੀਸ਼ੀਏਟ ਕਰਨਗੇ ਸਾਡੀ ਮਿਹਨਤ ਨੂੰ, ਕਿ ਹਾਂ ਸਾਡੇ ਪੇਰੈਂਟਸ ਨੇ ਬੜਾ ਕੁਛ ਕੀਤਾ ਵੀ ਸਾਡੇ ਵਾਸਤੇ। ਨਹੀਂ ਤਾਂ ਫਿਰ ਉਹਨਾਂ ਵਾਸਤੇ ਇੱਕ ਫੈਂਟੈਸੀ ਵਰਲਡ ਰਹਿਣਾ, ਇਸ ਤਰ੍ਹਾਂ ਦਾ ਜੇ ਵੀ ਰੋਜ਼ੀ ਪਿਕਚਰ ਹੈ ਕਿ ਲੈ ਜੀ ਸਾਰਾ ਕੁਝ ਚੀਜ਼ਾਂ, ਦੁਨੀਆ ਇੱਦਾਂ ਦੀ ਹੁੰਦੀ ਹੈ, ਕੋਈ ਚੀਜ਼ ਚਾਹੋ ਤਾਂ ਆਪਾਂ ਨੂੰ ਮਿਲ ਜਾਂਦੀ ਹੈ। ਪਰ ਨਹੀਂ, ਮੁਰਕੀਆਂ ਕਹਾਣੀ ਜ਼ਰੂਰ ਤੁਸੀਂ ਆਪ ਸੁਣਿਓ, ਆਪਣੇ ਬੱਚਿਆਂ ਨੂੰ ਸੁਣਿਓ, ਆਪਣੇ ਪੇਰੈਂਟਸ ਨੂੰ ਜ਼ਰੂਰ ਸੁਣਾਇਓ। ਮੈਨੂੰ ਪਤਾ ਉਹਨਾਂ ਦੀ ਜਦੋਜਹਿਦ ਬਹੁਤ ਹੈ। ਉਦਾਸ ਹੋਵੋਗੇ ਤੁਸੀਂ, ਪਰ ਕੋਈ ਗੱਲ ਨਹੀਂ, ਆਪਸ ਦੇ ਵਿੱਚ ਗੱਲਬਾਤ ਕਰਕੇ ਇੱਕ ਦੂਜੇ ਦੇ ਨਾਲ, ਇੱਕ ਦੂਜੇ ਦਾ ਸਹਾਰਾ ਬਣ ਕੇ, ਪਿਆਰ ਦੇ ਨਾਲ ਇਹ ਗੱਲ ਵਕੜੀ ਪਾ ਲਿਓ, ਉਦਾਸੀ ਦੂਰ ਹੋ ਜਾਣੀ ਹੈ। ਪਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਸੋ ਆਓ ਪੋਡਕਾਸਟ ਦੇ ਵਿੱਚ ਆਪ ਸਭ ਦੇ ਨਾਲ ਨੌਰੰਗ ਸਿੰਘ ਹੁਣਾਂ ਦੀ ਲਿਖੀ ਹੋਈ ਕਹਾਣੀ ਮੁਰਕੀਆਂ ਦੀ ਸਾਂਝ ਪਾਉਂਦੇ ਹਾਂ। ਤੁਹਾਡੀ ਆਪਣੀ ਪੋਡਕਾਸਟ ਜਤਿੰਦਰ ਗਿੱਧਾ ਸ਼ੋਅ। ਤੁਸੀਂ ਇਸ ਨੂੰ ਸਪੋਟੀਫਾਈ ਦੇ ਉੱਤੇ, ਐਪਲ ਪੋਡਕਾਸਟ, ਗੂਗਲ ਪੋਡਕਾਸਟ, ਐਮਾਜ਼ੋਨ ਮਿਊਜ਼ਿਕ ਅਤੇ ਨਾਲ ਦੀ ਨਾਲ YouTube ਦੇ ਉੱਤੇ ਜਤਿੰਦਰ ਗਿੱਧਾ ਸ਼ੋਅ ਸਰਚ ਕਰਕੇ ਸੁਣ ਸਕਦੇ ਹੋ। ਇਸ ਨੂੰ ਸਬਸਕ੍ਰਾਈਬ ਤੁਸੀਂ ਕਰਾ ਲਓ। ਬਹੁਤ ਬਹੁਤ ਮਿਹਰਬਾਨੀ। ਇਹ ਹੈ ਕਹਾਣੀ ਮੁਰਕੀਆਂ, ਨੌਰੰਗ ਸਿੰਘ ਹੁਣਾਂ ਦੀ ਲਿਖੀ ਹੋਈ ਬਹੁਤ ਹੀ ਜਜ਼ਬਾਤੀ ਕਰ ਦੇਣ ਵਾਲੀ ਕਹਾਣੀ। ਹਾਏ ਹਾਏ, ਬਿਮਾਰ ਮਾਂ ਅੰਦਰ ਹੁੰਗਾਰਾ ਮਾਰਦੀ ਸੀ। ਉਸਨੂੰ ਬਹੁਤ ਦਰਦ ਹੋ ਰਿਹਾ ਸੀ। ਤੇ ਕਰੀਮੂ ਤੇ ਰਹੀਮੂ ਦੋਵੇਂ ਬਾਹਰ ਪਏ ਖਰੋਟ ਖੇਡਦੇ ਸਨ। ਕਰੀਮੂ ਨੇ ਕਿਹਾ, ਚੱਲ ਵੀ ਚੱਲ, ਤੂੰ ਸੁੱਟ, ਤੇਰੀ ਵਾਰੀ ਹੈ। ਰਹੀਮੂ ਨੇ ਜ਼ਰਾ ਖਲੋ ਕੇ ਖਿੱਚ ਕੇ ਖਰੋਟਾਂ ਦੀ ਲੱਪ ਖੁੱਤੀ ਦੇ ਵੱਲ ਵਗਾ ਮਾਰੀ। ਕੁਝ ਖੁੱਤੀ ਦੇ ਵਿੱਚ ਪੈ ਗਏ ਤੇ ਬਾਕੀ ਦੇ ਬਾਹਰ ਖਿੰਡਰਿਆਂ ਵੱਲ ਦੇਖਦਿਆਂ ਉਸ ਆਪਣੇ ਵੱਡੇ ਭਰਾ ਕਰੀਮੂ ਤੋਂ ਪੁੱਛਿਆ, ਦੱਸ ਬਈ, ਦੱਸ ਚੋਟ ਕਿਹੜੇ ਨੂੰ ਲਾਵਾਂ ਹੁਣ ਮੈਂ? ਲੈ ਤੂੰ ਐਂ ਕਰ, ਵਿਚਕਾਰਲੇ ਨੂੰ ਲਾ ਦੇ। ਰਹੀਮੂ ਨੇ ਐਨ ਨਿਸ਼ਾਨਾ ਬੰਨ੍ਹ ਕੇ ਅੱਗੇ ਨੂੰ ਝੁੱਕ ਕੇ ਦੱਸੇ ਖਰੋਟ ਤੇ ਖਰੋਟ ਵਗਾ ਕੇ ਮਾਰਿਆ। ਪਰ ਨਿਸ਼ਾਨਾ ਉੱਕ ਗਿਆ। ਹਾ 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 ਹਾ, ਉੱਕ ਗਿਆ। ਕਰੀਮੂ ਉੱਚੀ ਸਾਰੀ ਹੱਸ ਉੱਠਿਆ। ਤੇ ਅੰਦਰੋਂ ਹੀ ਆਵਾਜ਼ਾਂ ਆ ਰਹੀਆਂ ਸਨ ਮਾਂ ਦੀਆਂ, ਹਾਏ ਹਾਏ, ਵੇ ਪਾਣੀ ਦਾ ਘੁੱਟ ਤਾਂ ਪਿਆ ਦਿਓ। ਅੰਦਰੋਂ ਮਾਂ ਟੁੱਟਵੀਂ ਆਵਾਜ਼ ਦੇ ਵਿੱਚ ਬੋਲੀ। ਉਹ ਦੇ ਦਿੰਦੇ ਆ ਪਾਣੀ ਮਾਂ, ਤੈਨੂੰ ਪਾਣੀ ਵੀ ਦੇ ਦਿੰਦੇ ਆ। ਕਰੀਮੂ ਨੇ ਖਰੋਟ ਹੂੰਝਦਿਆਂ ਆਖਿਆ, ਤੇ ਕਾਹਲੀ ਦੇ ਨਾਲ ਉਹ ਨੀਅਤ ਥਾਂ ਉੱਤੇ ਖਰੋਟ ਖੁੱਤੀ ਦੇ ਵਿੱਚ ਪਾਉਣ ਵਾਸਤੇ ਖੜੋਤਾ ਤੇ ਅੱਗੇ ਨੂੰ ਬਾਂਹ ਕਰਕੇ ਖੁੱਤੀ ਦੇ ਵੱਲ ਉਹਨੇ ਖਰੋਟ ਸੁੱਟ ਦਿੱਤੇ। ਨਾਲੇ ਫਿਰ ਉਸਨੇ ਕਰੀਮੂ ਤੋਂ ਪੁੱਛਿਆ, ਉਹ ਅੱਛਾ, ਕਿੰਨੇ ਪਏ ਨੇ ਖੁੱਤੀ ਦੇ ਵਿੱਚ?
ਰਹੀਮੂ ਇਸ ਵੇਲੇ ਡਾਢਾ ਖੁਸ਼ ਸੀ ਕਿਉਂਕਿ ਖੁੱਤੀ ਦੇ ਵਿੱਚ ਕੇਵਲ ਇੱਕੋ ਹੀ ਪਿਆ ਸੀ, ਕੁੱਲ ਇੱਕ ਖਰੋਟ। ਉਸ ਚੋਟ ਲਾਉਣ ਦੇ ਲਈ ਇੱਕ ਖਰੋਟ ਦੇ ਵੱਲ ਇਸ਼ਾਰਾ ਕੀਤਾ। ਪਤਾ ਨਹੀਂ ਕਰੀਮੂ ਤੋਂ ਚੋਟ ਲੱਗੀ ਕਿ ਨਾ, ਪਰ ਉਹ ਇਹ ਜਾਣ ਕੇ ਕਿ ਉਸ ਦੀ ਚੋਟ ਖਰੋਟ 'ਤੇ ਜਾ ਵੱਜੀ ਹੈ, ਉਹ ਸਾਰੇ ਖਰੋਟ ਹੁੰਝਣ ਦਾ ਹੱਕਦਾਰ ਹੈ, ਅੱਗੇ ਵਧਿਆ। ਪਰ ਰਹੀਮੂ ਨੇ ਉਹਨੂੰ ਇਉਂ ਕਰਨ ਤੋਂ ਡੱਕਿਆ। ਉਹਦਾ ਖਿਆਲ ਸੀ ਵੀ ਚੋਟ ਨਹੀਂ ਵੱਜੀ ਤੇ ਐਵੇਂ ਹੀ ਉਹ ਸਾਰੇ ਖਰੋਟ ਚੁੱਕ ਨਹੀਂ ਸਕਦਾ। ਪਰ ਕਰੀਮੂ ਆਖੀ ਜਾਏ ਚੋਟ ਲੱਗੀ ਹੈ, ਵੀ ਚੋਟ ਲੱਗੀ ਹੈ, ਤੇ ਰਹੀਮੂ ਉਹ ਨਹੀਂ ਲੱਗੀ ਚੋਟ, ਤੂੰ ਰੋਂਦੂ ਏ। ਬਸ ਜੀ, ਗੱਲਾਂ ਦੇ ਵਿੱਚ ਹੀ ਵਿਧਾਨ ਵਧ ਗਿਆ। ਦੋਵੇਂ ਗੁੱਥਮ ਗੁੱਥਾ ਜਿਹਾ ਹੋ ਗਏ। ਕਰੀਮੂ ਵੱਡਾ ਸੀ, ਉਸ ਰਹੀਮੂ ਦੇ ਦੰਦਾਂ ਉੱਤੇ ਹੂਰਾ ਕੱਢ ਮਾਰਿਆ ਤੇ ਲਹੂ ਵਗ ਪਿਆ। ਵਿਚਾਰੀ ਬੁੱਢੀ ਮਾਂ ਅੰਦਰੋਂ ਇੱਕੋ ਸਾਹੇ ਹਾਏ ਹਾਏ ਕਰਦੀ ਪਾਣੀ ਮੰਗਦੀ ਰਹੀ। ਉਹਦੇ ਕੰਨੀ ਇਹਨਾਂ ਦੇ ਵਖੜਾਂ ਦੀ ਆਵਾਜ਼ ਪੈ ਉਹ ਵਧੇਰੇ ਦੁਖੀ ਹੁੰਦੀ। ਲੜਦੇ ਬਹੁਤ ਸਨ। ਉਹ ਵਿਚਾਰੀ ਬੁੱਢੀ ਮਾਂ ਬਿਮਾਰ ਸੀ, ਕਰ ਕੁਛ ਸਕਦੀ ਨਹੀਂ ਸੀ, ਬਸ ਦੁਖੀ ਰਹਿੰਦੀ ਸੀ। ਉਹਦੇ ਤਿਹਾਏ ਬੁੱਲਾਂ 'ਤੇ ਸਿੱਕੜੀਆਂ ਆ ਗਈਆਂ, ਪਰ ਉਹਦੀ ਕਿਸੇ ਨਾ ਸੁਣੀ, ਨਾ ਰਹੀਮੂ ਨੇ ਤੇ ਨਾ ਕਰੀਮੂ ਨੇ। ਅੱਜ ਹੀ ਨਹੀਂ, ਅੱਗੇ ਵੀ ਅਨੇਕਾਂ ਵਾਰ ਇਹ ਦੋਵੇਂ ਖੇਡਦੇ ਇਸੇ ਤਰ੍ਹਾਂ ਲੜ ਪੈਂਦੇ ਸਨ। ਇੱਕ ਦੂਜੇ ਦੇ ਚਪੇੜਾਂ ਮਾਰਦੇ, ਹੂਰੇ ਮਾਰਦੇ, ਝੱਗੇ ਪਾੜ ਦਿੰਦੇ, ਘਰੂਟਾਂ ਦੇ ਨਾਲ ਮੂੰਹ ਛਿੱਲੇ ਜਾਂਦੇ, ਪਰ ਮੁੜ ਗੁੱਸਾ ਗਿਲਾ ਹੋਣ 'ਤੇ ਦੋਵੇਂ ਉਹੋ ਜਿਹੇ ਹੋ ਜਾਂਦੇ, ਵਾਪਸ ਉਹੋ ਜਿਹੇ। ਫੇਰ ਖੇਡਣ ਲੱਗ ਪੈਂਦੇ। ਦੋਹਾਂ ਦੇ ਪਿੰਡੇ ਘੱਟੇ ਦੇ ਨਾਲ ਅਟੇ ਹੋਏ, ਪੈਰ ਨੰਗ ਨਖੜਮ ਜਿਹੇ ਉਹ ਪਿੰਡ ਦੀਆਂ ਗਲੀਆਂ ਦੇ ਵਿੱਚ ਐਵੇਂ ਹੀ ਬਸ ਭੌਂਦੇ ਰਹਿੰਦੇ ਹੁੰਦੇ ਸਨ। ਇੱਧਰ ਉੱਧਰ ਬਸ ਉਹਨਾਂ ਦਾ ਇਹੀ ਕੰਮ ਹੁੰਦਾ ਸੀ। ਲੋਕੀ ਉਹਨਾਂ ਵੱਲ ਤੱਕਦੇ, ਪਰ ਉਹਨਾਂ ਨੂੰ ਕੋਈ ਮੂੰਹ ਨਾ ਲਾਉਂਦਾ। ਹੋਰ ਕੋਈ ਮੁੰਡਾ ਵੀ ਉਹਨਾਂ ਦੇ ਨਾਲ ਨਾ ਬਹੁਤਾ ਖੇਡਦਾ। ਸਦਾ ਭਾਂਤ ਦੀਆਂ ਗੱਲਾਂ ਉਹਨਾਂ ਬਾਰੇ ਚੱਲਦੀਆਂ ਹੀ ਰਹਿੰਦੀਆਂ ਪਿੰਡਾਂ ਦੇ ਵਿੱਚ। 16 ਤੇ 14 ਵਰ੍ਹਿਆਂ ਦੇ ਕਰੀਮੂ ਰਹੀਮੂ ਖਰੋਟਾਂ ਨਾਲ ਖੁੱਤੀ ਖੇਡਦੇ ਲੋਕਾਂ ਨੂੰ ਉੱਕਾ ਨਾ ਪਾਉਂਦੇ, ਜ਼ਰਾ ਵੀ ਚੰਗੇ ਨਾ ਲੱਗਦੇ। ਇਹ ਖੇਡ ਨਿੱਕੇ ਬੱਚਿਆਂ ਦੀ ਹੋਈ ਜੇ, ਪਰ ਇਹ ਦੋਵੇਂ ਭਰਾ ਘੜੇ ਹੋਏ ਕਿਸੇ ਵੱਖਰੀ ਹੀ ਮਿੱਟੀ ਦੇ ਸਨ। ਖਰੋਟਾਂ ਤੋਂ ਹਟ ਕੇ ਕੌਡੀਆਂ ਨੂੰ ਜੁਟ ਜਾਂਦੇ। ਕਈ ਵਾਰ ਉੱਥੇ ਵੀ ਇਹਨਾਂ ਦਾ ਜੂਤ ਪਤੰਗ ਹੋ ਕੇ ਰੁੱਸੇ ਪਿੰਡ ਦੀਆਂ ਹੱਟੀਆਂ 'ਤੇ ਜਾ ਬਹਿੰਦੇ, ਲੜ ਪੈਂਦੇ। ਉੱਥੇ ਕੌਡੀਆਂ ਦਾ ਖੇਡ ਖੇਡਦੇ ਵੀ। ਇਹਨਾਂ ਦਾ ਕੰਮ ਹੀ ਇਹੀ ਸੀ, ਪਹਿਲਾਂ ਲੜ ਪੈਂਦੇ, ਫਿਰ ਇਕੱਠੇ ਹੋ ਕੇ ਖੇਡਣ ਲੱਗ ਪੈਂਦੇ। ਜਦੋਂ ਹੱਟੀ 'ਤੇ ਬਹਿ ਜਾਂਦੇ ਰੁੱਸ ਰਸਾ ਕੇ, ਉੱਥੇ ਲੋਕਾਂ ਦੀਆਂ ਇੱਧਰਲੀਆਂ ਉੱਧਰਲੀਆਂ ਸਲੂਣੀਆਂ ਅਲੂਣੀਆਂ ਵਿੱਚ ਇਹਨਾਂ ਦੇ ਕੰਨ ਰਸੇ ਰਹਿੰਦੇ। ਆਥਣ ਨੂੰ ਘਰ ਪਰਤਣ ਵੇਲੇ ਮੁੜ ਦੋਹਾਂ ਦੀ ਗੱਲ ਵੱਕੜੀ ਪਈ ਹੁੰਦੀ, ਫੇਰ ਇਕੱਠੇ ਹੋ ਜਾਂਦੇ। ਮਾਂ ਨੂੰ ਬਿਮਾਰ ਪਿਆਂ ਕੋਈ ਮਹੀਨੇ ਤੋਂ ਉੱਤੇ ਹੋ ਗਿਆ ਸੀ ਸਮਾਂ। ਹਕੀਮ ਜਾਂ ਡਾਕਟਰ ਨੂੰ ਸੱਦਣ ਦੀ ਉਸ ਘਰ ਦੇ ਵਿੱਚ ਪੁੱਜਤ ਹੈ ਹੀ ਕਿੱਥੇ ਸੀ। ਪਰ ਲਾਗਲੇ ਸ਼ਹਿਰ ਦੇ ਸਰਕਾਰੀ ਹਸਪਤਾਲੋਂ ਮੁਫਤ ਦਵਾਈਆਂ ਲਿਆਉਣ ਦੀ ਵਿਹਲ ਵੀ ਤੇ ਕਰੀਮ ਤੇ ਰਹੀਮੂ ਨੂੰ ਬਿਲਕੁਲ ਨਹੀਂ ਸੀ ਨਾ। ਉਹ ਤਾਂ ਆਪਣੀਆਂ ਖੇਡਾਂ ਦੇ ਵਿੱਚ ਹੀ ਬੜੇ ਮਸਰੂਫ ਸਨ। ਜਦੋਂ ਖਰੋਟ ਤੇ ਕੌਡੀਆਂ ਖੇਡ ਹਟਦੇ ਤੇ ਹੱਟਾਂ 'ਤੇ ਕੋਈ ਗੱਲਾਂ ਕਰਨ ਵਾਲਾ ਬੰਦਾ ਵੀ ਉਹਨਾਂ ਨੂੰ ਦਿਖਾਈ ਨਾ ਦਿੰਦਾ, ਤਾਂ ਉਹ ਆਪਣੀਆਂ ਗੁਲੇਲਾਂ ਤੇ ਗੋਲੀਆਂ ਚੁੱਕ ਕੇ ਬਾਹਰ ਸ਼ਿਕਾਰ ਨੂੰ ਤੁਰ ਵਗਦੇ। ਜੰਡਾਂ, ਫਰਵਾਹਾਂ, ਵਣਾਂ ਥੱਲੇ ਖਲੋ ਕੇ ਉੱਤੇ ਬੈਠੇ ਪੰਛੀਆਂ ਨੂੰ ਲੱਭਦੇ ਰਹਿੰਦੇ। ਜੇ ਕੋਈ ਕਬੂਤਰ, ਘੁੱਗੀ, ਤਿਲੀਅਰ ਜਾਂ ਤਿੱਤਰ ਉਹਨਾਂ ਨੂੰ ਕਿਸੇ ਦਰਖਤ ਉੱਤੇ ਦਿਸ ਵੀ ਪੈਂਦਾ ਤਾਂ ਦੋਵੇਂ ਡੰਡ ਪੈ ਦਿੰਦੇ। ਉਹ ਬੈਠਾ ਹੈ, ਮਾਰ ਇਹਨੂੰ ਫਟਾਫਟ, ਆਪਣੀ ਗੁਲੇਲ ਖਿੱਚ ਲੈ। ਰੌਲਾ ਪਾਉਂਦੇ ਆਪਣੀਆਂ ਗੁਲੇਲ ਦੀਆਂ ਤੰਦਾਂ ਖਿੱਚ ਲੈਂਦੇ। ਪਰ ਜਨੌਰ ਪਹਿਲਾਂ ਹੀ ਉਹਨਾਂ ਦਾ ਰੌਲਾ ਸੁਣ ਕੇ ਉੱਡ ਚੁੱਕੇ ਹੁੰਦੇ, ਉੱਡ ਪੁੱਡ ਜਾਂਦੇ। ਵੈਸੇ ਉਹਨਾਂ ਤੋਂ ਨਾ ਅੱਜ ਤੀਕਰ ਕੋਈ ਵੀ ਪੰਛੀ ਨਹੀਂ ਸੀ ਮੋਇਆ, ਕੋਈ ਵੀ ਸ਼ਿਕਾਰ ਨਹੀਂ ਸੀ ਕਰ ਸਕੇ। ਹਾਰ ਕੇ ਫਿਰ ਉਹ ਕਿਸੇ ਵਗਦੇ ਸੂਏ ਦੇ ਕੰਢੇ ਖਲੋਤੇ ਬਿਰਖ ਦੀ ਛਾਵੇਂ ਬਹਿ ਜਾਂਦੇ। ਕਦੇ ਬੁੱਕਾਂ ਨਾਲ ਪਾਣੀ ਪੀਂਦੇ, ਕਦੇ ਟਾਮੀਆਂ ਗੱਲਾਂ ਕਰਨ ਲੱਗ ਪੈਂਦੇ। ਲੋਕੀ ਪਤਾ ਨਹੀਂ ਯਾਰ ਕਿੱਦਾਂ ਸ਼ਿਕਾਰ ਖੇਡ ਲੈਂਦੇ ਨੇ। ਕਰੀਮੂ ਉਂਗਲਾਂ ਦੇ ਨਾਲ ਗਾਰਾ ਕੁਰੇਦਦਾ, ਨੀਵੇਂ ਜਿਹੇ ਹੋ ਕੇ ਜਿਵੇਂ ਆਖਦਾ, ਖਬਰੇ ਉਹਨਾਂ ਦੀਆਂ ਗੁਲੇਲਾਂ ਤੇ ਗੋਲੀਆਂ ਕਿੱਦਾਂ ਦੀਆਂ ਹੁੰਦੀਆਂ ਹੋਣਗੀਆਂ। ਦੂਜਾ ਉਹਨੂੰ ਉੱਤਰ ਦਿੰਦਾ, ਯਾਰ ਸਾਥੋਂ ਤਾਂ ਅੱਜ ਤੱਕ ਕਦੀ ਕੋਈ ਸ਼ਿਕਾਰ ਨਹੀਂ ਹੋਇਆ, ਕਦੀ ਕੋਈ ਪੰਛੀ ਨਹੀਂ ਮੋਇਆ। ਫਿਰ ਇੱਕ ਨਿਰਾਸ਼ਤਾ ਜਿਹੀ ਉਹਨਾਂ ਦੇ ਚਿਹਰਿਆਂ ਦੇ ਉੱਤੇ ਛਾ ਜਾਂਦੀ। ਉਹ ਕਿੰਨਾ ਚਿਰ ਚੁੱਪ ਚੁਪੀਤੇ ਬੈਠੇ ਘਾਹ ਦੀਆਂ ਤਿੜਾਂ ਖੇਡਦੇ ਰਹਿੰਦੇ।
ਕਦੇ ਉੱਠ ਕੇ ਲੱਤਾਂ ਸੂਏ ਦੇ ਵਿੱਚ ਲਮਕਾ ਲੈਂਦੇ, ਕਦੇ ਗੁਲੇਲਾਂ ਦੀਆਂ ਗੋਲੀਆਂ ਨਾਲ ਹੀ ਖੁੱਤੀ ਦਾ ਝੱਸ ਪੂਰਾ ਕਰਿਆ ਕਰ ਲੈਂਦੇ। ਕਈ ਵਾਰੀ ਇਉਂ ਹੀ ਬਾਹਰ ਭੌਂਦਿਆਂ ਭੌਂਦਿਆਂ ਘੁੰਮਦਿਆਂ ਘੁੰਮਦਿਆਂ ਨੂੰ ਦਿਨ ਬਤੀਤ ਹੋ ਜਾਂਦਾ। ਆਥਣ ਹੋ ਗਈ ਸੀ। ਵਾਗੀ ਹੇਕਾਂ ਲਾਉਂਦੇ ਘਰਾਂ ਨੂੰ ਪਰਤ ਰਹੇ ਸਨ। ਹਲੋਂ ਛੁੱਟੇ ਬਲਦਾਂ ਦੀਆਂ ਟੱਲੀਆਂ ਟਣਕਣ ਲੱਗ ਪਈਆਂ। ਕਰੀਮੂ ਤੇ ਰਹੀਮੂ ਆਪਣੀਆਂ ਗੁਲੇਲਾਂ ਮੋਢਿਆਂ ਤੇ ਟੰਗੀ ਪਿੰਡ ਨੂੰ ਪਰਤ ਗਏ। ਹੌਲੀ ਹੌਲੀ ਜਦੋਂ ਲੋਕਾਂ ਦੇ ਡੰਗਰਾਂ ਨੂੰ ਤੱਕ ਕੇ ਉਹਨਾਂ ਨੂੰ ਕੋਈ ਖਿਆਲ ਜਿਹਾ ਆ ਗਿਆ ਤਾਂ ਉਹ ਕੁਝ ਬੋਲਦੇ ਜਾਂਦੇ ਸਨ, ਆਪਸ ਦੇ ਵਿੱਚ ਗੱਲਾਂ ਜਿਹੀਆਂ ਕਰਦੇ ਜਾਂਦੇ ਸਨ ਉਹਨਾਂ ਬਲਦਾਂ ਨੂੰ ਵੇਖ ਕੇ। ਕਿਹੜੀਆਂ ਗੱਲਾਂ ਭਲਾ? ਜਦੋਂ ਉਹਨਾਂ ਦਾ ਪਿਓ ਜਿਉਂਦਾ ਸੀ ਉਹਨਾਂ ਦੇ ਘਰ 2 ਝੋਟੀਆਂ ਹੁੰਦੀਆਂ ਸਨ, ਇੱਕ ਪਹਿਲਣ ਤੇ ਇੱਕ ਦੂਜੇ ਸੂਏ, ਨਾਲੇ ਇੱਕ ਵੈੜਕੀ ਵੀ ਸੀ ਉਹਨਾਂ ਦੇ ਘਰ। ਉਹ ਉਹਨਾਂ ਤਿਹਾਂ ਨੂੰ ਚਾਰਦੇ ਹੁੰਦੇ ਸਨ। ਬਸ ਇਉਂ ਹੀ ਜਿਵੇਂ ਅੱਜ ਇਹ ਲੋਕ ਹੇਕਾਂ ਲਾ ਰਹੇ ਨੇ, ਇਉਂ ਹੀ ਹੇਕਾਂ ਲਾਉਂਦੇ ਘਰ ਨੂੰ ਮੁੜਦੇ ਹੁੰਦੇ ਸਨ। ਉਦੋਂ ਲਹਿਰਾਂ ਬਹਿਰਾਂ ਸਨ ਘਰ ਦੇ ਵਿੱਚ। ਫਿਰ ਉਹ ਵੈੜੀ ਮੱਝਾਂ ਕਿੱਥੇ ਗਈਆਂ? ਰਹੀਮੂ ਨੇ ਆਪਣੇ ਵੱਡੇ ਭਰਾ ਤੋਂ ਪੁੱਛਿਆ। ਤੈਨੂੰ ਨਹੀਂ ਪਤਾ? ਉਹ ਤਾਂ ਅੱਬਾ ਜੂਏ ਦੇ ਵਿੱਚ ਹਾਰ ਚੁੱਕਿਆ ਸੀ ਉਹਨਾਂ ਨੂੰ। ਚਲੋ ਠੀਕ ਹੋਇਆ, ਐਵੇਂ ਸਾਂਭ ਸੰਭਾਲ ਦਾ ਟਾਂਟਾ ਸਾਡੇ ਗਲੋਂ ਲੁੱਥਾ, ਰਹੀਮੂ ਨੇ ਖੁਸ਼ ਹੋ ਕੇ ਜਵਾਬ ਦਿੱਤਾ। ਲਓ ਜੀ, ਘੁਸਮਸਾ ਜਿਹਾ ਹੋ ਗਿਆ ਸੀ ਜਦੋਂ ਉਹ ਇੱਕ ਖੇਤ ਦੀ ਵੱਟ ਉੱਤੇ ਆਣ ਖਲੋਤੇ। ਉਹ ਦੋਵੇਂ ਜਾਣੇ। ਆਕਾਸ਼ ਉੱਤੇ ਜੋ ਤਾਰਾ ਚੜ੍ਹਿਆ ਵੀ ਸੀ ਤਾਂ ਉਹ ਵੀ ਖੁਰਾਂ ਦੇ ਘੱਟੇ ਦੇ ਨਾਲ ਫਿਜ਼ਾ ਅੱਟੀ ਹੋਣ ਕਰਕੇ ਵਿਖਾਈ ਨਹੀਂ ਸੀ ਦਿੰਦਾ। ਚਿੜੀਆਂ ਬਾਜ਼ਰੇ ਦੇ ਸਿੱਟਿਆਂ ਉੱਤੇ ਅੰਤਮ ਠੂੰਗੇ ਭਰ ਕੇ ਉੱਡ ਚੁੱਕੀਆਂ ਸਨ। ਕਰੀਮੂ ਤੇ ਰਹੀਮੂ ਦੇ ਖੱਬੇ ਪਾਸੇ ਇੱਕ ਮੱਕੀ ਦੀ ਪੈਲੀ ਕਿਸੇ ਡਰੇ ਹੋਏ ਬੱਚੇ ਵਾਂਗ ਚੁੱਪ ਖਲੋਤੀ ਸੀ, ਬਿਲਕੁਲ ਸ਼ਾਂਤ। ਤੇ ਪਹਿਲਵਾਨ ਦੇ ਡੋਲਿਆਂ ਵਰਗੀਆਂ ਛਲੀਆਂ ਹਰੇਕ ਟਾਂਡੇ ਦੇ ਨਾਲ ਜੁੜੀਆਂ ਹੋਈਆਂ ਦਿਸਦੀਆਂ ਸਨ। ਪਤਾ ਹੀ ਕਰੀਮੂ, ਇਹ ਕਦੀ ਸਾਡੀਆਂ ਪੈਲੀਆਂ ਹੁੰਦੀਆਂ ਸਨ। ਇਹ ਕਦੇ, ਤੈਨੂੰ ਪਤਾ ਹੀ? ਹਾਂ ਪਤਾ ਹੈ ਬਾਈ, ਭਰਾਵਾ ਪਤਾ ਹੈ। ਕਈ ਵਾਰੀ ਲੱਕੜਾਂ ਲੈ ਕੇ ਮੁੜਦੀ ਮਾਂ ਇੱਥੋਂ ਦੀ ਲੰਘਦੀ ਮੈਨੂੰ ਦੱਸਿਆ ਕਰਦੀ ਏ। ਮੈਂ ਉਦੋਂ ਨਿੱਕਾ ਜਿਹਾ ਹੁੰਦਾ ਸਾਂ। ਇਹ ਵੀ ਉਸੇ ਰਾਹ ਅੱਬਾ ਨੇ ਭੇਜੀਆਂ ਜਿਹੜੇ ਰਾਹ ਵੈੜਕੀ ਤੇ ਝੋਟੀਆਂ ਗਈਆਂ ਸਨ, ਭਾਵ ਜੂਏ ਦੇ ਵਿੱਚ ਹਾਰ ਗਿਆ ਸੀ। ਇਉਂ ਆਖਦਾ ਕਰੀਮੂ ਉਦਾਸ ਜਿਹਾ ਵੀ ਹੋ ਜਾਂਦਾ, ਪਰ ਨਾਲ ਹੱਸ ਪੈਂਦਾ, ਨਾਲ ਹੀ ਰਹੀਮੂ ਵੀ। ਦੋਵੇਂ ਹੀ ਖਿੜਖਿੜ ਕਰਦੇ ਦੂਰੇ ਹੁੰਦੇ ਜਾਂਦੇ ਸਨ। ਇੰਨਾ ਹੱਸੇ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਪਾਣੀ ਜਿਹਾ ਆ ਗਿਆ, ਇਸ ਤਰ੍ਹਾਂ ਜਿਵੇਂ ਕਿ ਉਹ ਰੋ ਰਹੇ ਹੋਣ। ਪਰ ਹੈਰਾਨੀ ਦੀ ਗੱਲ ਵੀ ਸੀ, ਇਹ ਹੱਸ ਤਾਂ ਉਹ ਰਹੇ ਸਨ। ਨਾਲ ਆਪਣੇ ਅੱਬਾ ਨੂੰ ਯਾਦ ਕਰਕੇ, ਝੋਟੀਆਂ ਨੂੰ ਯਾਦ ਕਰਕੇ, ਵੈੜਕੀ ਨੂੰ ਯਾਦ ਕਰਕੇ, ਇਹਨਾਂ ਪੈਲੀਆਂ ਨੂੰ ਯਾਦ ਕਰਕੇ। ਕੀ ਸੱਚਮੁੱਚ ਉਹ ਅੰਦਰੋਂ ਹੱਸ ਹੀ ਰਹੇ ਸਨ ਕਿ ਜਾਂ ਫਿਰ ਰੋ ਰਹੇ ਸਨ? ਇਹਨਾਂ ਹੰਝੂਆਂ ਤੋਂ ਕੁਝ ਪਤਾ ਨਹੀਂ ਸੀ ਲੱਗਦਾ, ਇਹਨਾਂ ਅੱਖਾਂ ਦੇ ਪਾਣੀ ਤੋਂ ਪਤਾ ਨਹੀਂ ਸੀ ਲੱਗਦਾ ਕਿ ਇਹ ਨਿਰਾ ਹਾਸੇ ਦਾ ਪਾਣੀ ਹੈ ਜਾਂ ਫਿਰ ਉਹਨਾਂ ਦੇ ਹੰਝੂ ਨੇ। ਖੈਰ, ਇੰਨੇ ਨੂੰ ਹਵਾ ਦਾ ਰੁਮਕਾ ਵਗਿਆ। ਉਹ ਦੋਵੇਂ ਖਾਮੋਸ਼ ਜਿਹੇ ਹੋ ਕੇ ਮੱਕੀ ਦੇ ਪੱਤਿਆਂ ਦੀ ਖੜਖੜ ਕਿੰਨਾ ਚਿਰ ਉੱਥੇ ਖੜੇ ਸੁਣਦੇ ਰਹੇ। ਸ਼ਾਇਦ ਉਹਨਾਂ ਦੇ ਕੰਨਾਂ ਨੂੰ ਉਹ ਪੁਰਾਣਾ ਸੰਗੀਤ ਯਾਦ ਆ ਗਿਆ ਹੋਵੇ ਜਿਹੜਾ ਕਦੇ ਉਸ ਵੇਲੇ ਹੋਇਆ ਕਰਦਾ ਸੀ ਜਦੋਂ ਇਹ ਪੈਲੀਆਂ ਉਹਨਾਂ ਦੀਆਂ ਆਪਣੀਆਂ ਹੁੰਦੀਆਂ ਸਨ। ਅੱਬਾ ਇੱਥੇ ਹਲ ਵਾਹੁੰਦਾ ਹੁੰਦਾ ਸੀ, ਵੱਡੇ ਨੇ ਐਵੇਂ ਹੌਕਾ ਜਿਹਾ ਭਰ ਕੇ ਆਖਿਆ। ਹੁਣ ਨਾ ਸਾਡੇ ਵਾਹੁਣ ਨੂੰ ਭੋਏ ਹੈ, ਨਾ ਹੀ ਜੋਣ ਨੂੰ ਸਾਡੇ ਢੱਗੇ ਹੈ। ਚੱਲ ਚੰਗਾ ਇੱਦਾਂ ਹੀ, ਕੀ ਲੈਣਾ ਜੇ? ਗਲ ਫਾਹੇ ਪਾ ਕੇ ਰਹੀਮੂ ਨੇ ਬੇਪਰਵਾਹੀ ਦੇ ਨਾਲ ਗੁਲੇਲ ਦੀਆਂ ਤਣੀਆਂ ਖਿੱਚਦਿਆਂ ਆਖਿਆ। ਇਹ ਗੱਲ ਕਰਕੇ ਫਿਰ ਦੋਵੇਂ ਚੁੱਪ ਜਿਹੇ ਹੋ ਗਏ। ਉਹਨਾਂ ਦੇ ਚਿਹਰੇ ਉਹਨਾਂ ਦੇ ਅੰਤਰੀਵ ਅਹਿਸਾਸਾਂ ਨੂੰ ਪ੍ਰਗਟ ਪਏ ਕਰਦੇ ਸਨ। ਬਚਪਨ ਦੀ ਇੱਕ ਬੇਫਿਕਰੀ ਦੇ ਨਾਲ ਇੱਕ ਫਿਕਰ ਵੀ ਸੀ, ਉਹਨਾਂ ਖੁਸ਼ਨੁਮਾ ਅਹਿਸਾਸਾਂ ਦਾ ਗਵਾਚ ਜਾਣ ਦਾ। ਇੰਨੇ ਨੂੰ ਕਰੀਮੂ ਨੇ ਆਖਿਆ, ਉਹ ਚੱਲ ਰਹੀਮੂ, ਚੱਲ ਯਾਰ ਵਗ ਚੱਲੀਏ ਇੱਥੋਂ। ਕੋਈ ਛੱਲੀਆਂ ਦੇ ਚੋਰ ਜਾਣ ਕੇ ਉਹ ਸਾਨੂੰ ਕਿਤੇ ਭਰਾਵਾ ਕੁੱਟ ਹੀ ਨਾ ਛੱਡੇ। ਤੇ ਦੋਵੇਂ ਕਾਹਲੀ ਉਲਾਂਘਾ ਭਰਦੇ ਪਿੰਡ ਨੂੰ ਤੁਰ ਪਏ, ਜਿੱਥੇ ਹੁਣ ਹਨੇਰਾ ਹੋ ਚੁੱਕਿਆ ਸੀ, ਦੀਵੇ ਬਲ ਚੁੱਕੇ ਸਨ। ਜਿੱਦਣ ਦੀ ਮਾਂ ਬਿਮਾਰ ਪਈ ਸੀ ਦੋਵੇਂ ਵਿਚਾਰੇ ਇੱਕੋ ਵੇਲੇ ਰੋਟੀ ਖਾਂਦੇ ਸਨ। ਮਾਂ ਲੋਕਾਂ ਦੇ ਘਰੀਂ
ਪੀਣ ਦਲਣ ਦਾ ਕੰਮ ਕਰਕੇ ਖਾਣ ਲਈ ਦਾਣੇ ਇਕੱਠੇ ਕਰ ਲੈਂਦੀ ਹੁੰਦੀ ਸੀ। ਉਹ ਦਾਣੇ ਇਹਨਾਂ ਦੇ ਨਿੱਤ ਦੇ ਡੰਗ ਨਹੀਂ ਸਨ ਟਪਾ ਸਕਦੇ। ਮਸਾਂ ਕਿਤੇ ਸਰਦਾ ਸੀ ਇਹਨਾਂ ਦਾ। ਦੋਵੇਂ ਜਣੇ ਚੁੱਲ੍ਹਾ ਤਾਉਂਦੇ ਅਤੇ ਕੱਚੀਆਂ ਧੁਆਂਖੀਆਂ ਜਿਹੀਆਂ ਰੋਟੀਆਂ ਲੂਣ ਨਾਲ ਖਾ ਕੇ ਸੌਂ ਜਾਂਦੇ। ਅਤੇ ਕਦੇ ਕਦੇ ਤਾਂ ਵਿਚਾਰੇ ਫਾਕਿਆਂ ਦੇ ਵਿੱਚ ਹੀ ਉਹਨਾਂ ਦੀਆਂ ਰਾਤਾਂ ਗੁਜ਼ਰਦੀਆਂ ਸਨ। ਕੁਝ ਇਸ ਤਰ੍ਹਾਂ ਦੀ ਸੀ ਇਹਨਾਂ ਦੀ ਜ਼ਿੰਦਗੀ। ਤਿੰਨਾਂ ਜਾਣਿਆਂ ਦੀ ਇੱਕ ਆਪਣੀ ਹੀ ਜ਼ਿੰਦਗੀ ਸੀ, ਮਾਂ, ਰਹੀਮੂ ਅਤੇ ਕਰੀਮੂ ਦੀ। ਪਿੰਡ ਦੇ ਲੋਕ ਇਹਨਾਂ ਨੂੰ ਬੜਾ ਗਵਾਰ ਸਮਝਦੇ ਸਨ। ਉਹਨਾਂ ਕਈ ਵਾਰੀ ਇਹਨਾਂ ਦੋਹਾਂ ਭਰਾਵਾਂ ਨੂੰ ਘਰ ਦੀਆਂ ਚੀਜ਼ਾਂ ਹੱਟਾਂ 'ਤੇ ਵੇਚਦਿਆਂ ਤੱਕਿਆ ਸੀ। ਕਿਸੇ ਦੀ ਚੋਰੀ ਪਿੰਡ ਦੇ ਵਿੱਚ ਹੋ ਜਾਂਦੀ, ਛੱਲੀਆਂ ਟੁੱਟਦੀਆਂ ਜਾਂ ਕਪਾਹ ਚੁਗੀ ਜਾਂਦੀ ਤਾਂ ਲੋਕਾਂ ਦਾ ਪਹਿਲਾ ਸ਼ੱਕ ਕਰੀਮੂ ਤੇ ਰਹੀਮੂ 'ਤੇ ਜਾਂਦਾ। ਉਹਨਾਂ ਦੇ ਘਰ ਦੀ ਤਲਾਸ਼ੀ ਹੁੰਦੀ, ਪਰ ਕਦੇ ਕੋਈ ਸ਼ੈ ਉਹਨਾਂ ਦੇ ਘਰੋਂ ਬਰਾਮਦ ਨਹੀਂ ਸੀ ਹੋਈ। ਤਾਂ ਵੀ ਲੋਕਾਂ ਦਾ ਸ਼ੱਕ ਉਹਨਾਂ 'ਤੇ ਹੀ ਸਦਾ ਟਿਕਿਆ ਰਹਿੰਦਾ। ਲੋਕਾਂ ਦੇ ਨਿੱਤ ਦੇ ਉਲਾਂਭਿਆਂ ਅਤੇ ਤਲਾਸ਼ੀਆਂ ਤੋਂ ਮਾਂ ਛਿੱਥੀ ਪੈ ਗਈ ਸੀ। ਕਰੀਮੂ ਤੇ ਰਹੀਮੂ ਵੀ ਇਕਾਂਤ ਦੇ ਵਿੱਚ ਬਹਿ ਕੇ ਇਹਨਾਂ ਊਜਾਂ ਨੂੰ ਮਹਿਸੂਸ ਤਾਂ ਕਰਦੇ, ਪਰ ਐਵੇਂ ਕੁਝ ਪਲ ਲਈ ਮੋੜੋ ਫਿਰ ਛੇਤੀ ਆਪਣੀ ਦੁਨੀਆ ਦੇ ਵਿੱਚ ਪਰਤ ਜਾਂਦੇ। ਮੁੜੋ ਛੇਤੀ ਹੀ ਕੌਡੀਆਂ ਖਰੋਟਾਂ ਦੇ ਨਾਲ ਪੱਲੇ ਭਰ ਕੇ ਬਾਹਰ ਨੂੰ ਟੁਰ ਪੈਂਦੇ ਅਤੇ ਉਹਨਾਂ ਨੂੰ ਸਭ ਕੁਝ ਭੁੱਲ ਜਾਂਦਾ, ਆਪਣੀਆਂ ਖੇਡਾਂ ਦੇ ਵਿੱਚ ਮਸਤ ਹੋ ਜਾਂਦੇ। ਲੋਕ ਇਹਨਾਂ ਨੂੰ ਮੌਕੇ ਉੱਤੇ ਫੜਨ ਦੇ ਲਈ ਨਾ ਪੈਲੀਆਂ ਦੇ ਵਿੱਚ ਲੁਕ ਬਹਿੰਦੇ। ਪਿੰਡ ਵਾਲਾ ਦਾ ਖਿਆਲ ਸੀ ਕਿ ਇਹਨਾਂ ਨੂੰ ਉੱਤੋਂ ਫੜ ਕੇ ਨਾ ਜੇਲ੍ਹਖਾਨੇ ਭਿਜਵਾ ਦਿੱਤਾ ਜਾਵੇ। ਇਹੋ ਜਿਹੇ ਵਿਚਾਰ ਸੁਣ ਕੇ ਦੋਵੇਂ ਭਰਾ ਕਦੇ ਗੱਲਾਂ ਵੀ ਕਰਦੇ ਆ, ਲੋਕੀ ਸਾਡੇ ਉੱਤੇ ਬਦੋਬਦੀ ਦੇ ਸ਼ੱਕ ਕਿਉਂ ਕਰੀ ਜਾਂਦੇ ਨੇ? ਅਸੀਂ ਕਦੀ ਕਿਸੇ ਦੀ ਰੀਣ ਤੱਕ ਵੀ ਨਹੀਂ ਛੋਈ, ਐਵੇਂ ਝੱਲੇ ਨੇ, ਦੂਜਾ ਆਖਦਾ ਤੇ ਦੋਵੇਂ ਜਾਣੇ ਫਿਰ ਉੱਚੀ ਹੱਸ ਪੈਂਦੇ ਗੱਲਾਂ ਕਰਦੇ। ਲਓ ਜੀ, ਇਸੇ ਤਰ੍ਹਾਂ ਸਮਾਂ ਬੀਤਦਾ ਗਿਆ, ਗੁਜ਼ਰਦਾ ਗਿਆ। ਮਾਂ ਦੀ ਹਾਲਤ ਹੁਣ ਦਿਨੋਂ ਦਿਨ ਵਿਗੜਦੀ ਜਾਂਦੀ ਸੀ। ਉਹ ਦੋਵੇਂ ਰਾਤ ਵੇਲੇ ਮਾਂ ਕੋਲ ਆ ਬਹਿੰਦੇ, ਮਾਂ ਦੇ ਮੂੰਹ ਨੂੰ ਬੜੇ ਪਿਆਰ ਦੇ ਨਾਲ, ਮੋਹ ਦੇ ਨਾਲ ਤੱਕਦੇ ਰਹਿੰਦੇ। ਮਾਂ ਬੜੀਆਂ ਸੋਗੀ ਗੱਲਾਂ ਉਹਨਾਂ ਨੂੰ ਸੁਣਾਉਂਦੀ, ਬੜੀਆਂ ਉਦਾਸ ਗੱਲਾਂ ਉਹਨਾਂ ਨੂੰ ਸੁਣਾਉਂਦੀ, ਬਹੁਤੀਆਂ ਉਹਨਾਂ ਦੇ ਪਿਓ ਬਾਰੇ। ਭਾਵੇਂ ਉਹਨੂੰ ਜੂਏ ਦੀ ਆਦਤ ਸੀ, ਪਰ ਉਹ ਬੜਾ ਚੰਗਾ ਮਨੁੱਖ ਸੀ ਤੁਹਾਡਾ ਅੱਬਾ ਬੱਚਿਓ, ਬਹੁਤ ਚੰਗਾ ਸੀ ਤੁਹਾਡਾ ਅੱਬਾ। ਹਾਂ ਮਾਂ, ਬੜਾ ਚੰਗਾ ਸੀ। ਕਰੀਮੂ ਖੁਸ਼ੀ ਦੇ ਨਾਲ ਬੋਲਿਆ, ਮੈਨੂੰ ਪਤਾ ਹੈ, ਬਹੁਤ ਚੰਗਾ ਸੀ ਸਾਡਾ ਅੱਬਾ। ਮੈਨੂੰ ਹਲ ਛੱਡ ਕੇ ਕੁੱਛੜ ਚੁੱਕ ਲੈਂਦਾ, ਛੱਲੀਆਂ ਦਿੰਦਾ, ਗੰਨੇ ਵੀ ਦਿੰਦਾ, ਵੇਲੇ ਕਿੰਨੀਆਂ ਹੋਰ ਚੀਜ਼ਾਂ ਸਾਥੋਂ ਮੁੱਕਦੀਆਂ ਨਾ, ਹੈ ਨਾ ਕਰੀਮੂ? ਰਹੀਮੂ ਬੋਲਿਆ। ਦਾਣੇ ਹੀ ਦਾਣੇ ਹੁੰਦੇ ਸਨ ਸਾਡੀ ਕੋਠੀਆਂ ਦੇ ਵਿੱਚ ਉਦੋਂ। ਕਰੀਮੂ ਮਾਂ ਦੇ ਵੱਲ ਤੱਕਦਾ ਬੋਲਿਆ, ਰੱਜ ਰੋਟੀਆਂ ਖਾਂਦੇ ਹੁੰਦੇ ਸਾਂ ਆਪਾਂ, ਪਰ ਹੁਣ ਤਾਂ ਮਾਂ ਸਾਡੇ ਕੋਠੇ ਖਾਲੀ ਜਿਹੇ ਪਏ ਆ। ਇੱਕ ਪਲ ਲਈ ਕੋਠੇ ਦੇ ਵਿੱਚ ਹੂਕ ਜਿਹੀ ਛਾ ਗਈ। ਤਿੰਨਾਂ ਨੇ ਦੀਵੇ ਦੀ ਮੱਧਮ ਹੁੰਦੀ ਜੋਤ ਦੇ ਵੱਲ ਤੱਕਿਆ। ਮਾਂ ਦੀਆਂ ਅੱਖਾਂ ਗਿੱਲੀਆਂ ਸਨ। ਉਸ ਗਲੇਡੂ ਭਰ ਕੇ ਮੁੜ ਆਖਿਆ, ਉਹ ਮੈਨੂੰ ਬੜਾ ਪਿਆਰ ਕਰਦਾ ਹੁੰਦਾ ਸੀ ਤੁਹਾਡਾ ਅੱਬਾ ਬੱਚਿਓ। ਵਹਿੰਦੇ ਜੇ ਮੇਰੇ ਕੰਨਾਂ ਦੀਆਂ ਮੁਰਕੀਆਂ, ਜਦੋਂ ਮੇਰਾ ਵਿਆਹ ਹੋਇਆ ਸੀ ਨਾ, ਉਦੋਂ ਬਣਵਾਈਆਂ ਸਨ ਤੁਹਾਡੇ ਅੱਬਾ ਨੇ ਸੋਨੇ ਦੀਆਂ ਮੁਰਕੀਆਂ, ਬੜੇ ਪਿਆਰ ਦੇ ਨਾਲ ਮੇਰੇ ਵਾਸਤੇ। ਕਰੀਮੂ ਤੇ ਰਹੀਮੂ ਦੀਆਂ ਨਜ਼ਰਾਂ ਮਾਂ ਦੇ ਕੰਨਾਂ ਵੱਲ, ਮਾਂ ਦੀਆਂ ਮੁਰਕੀਆਂ 'ਤੇ ਜੰਮੀਆਂ ਹੋਈਆਂ ਸਨ। ਮਾਂ ਨੂੰ ਹਟਕੋਰੇ ਜਿਹੇ ਆਉਣ ਲੱਗ ਪਏ। ਉਹ ਮੁੜ ਬੋਲੀ, ਬੜੇ ਔਖੇ ਵੇਲੇ ਆਏ ਪੁੱਤ, ਜਦੋਂ ਜੂਏ ਦੇ ਵਿੱਚ ਸਭ ਕੁਝ ਲਾ ਬੈਠਾ, ਸਭ ਕੁਝ ਹਾਰ ਗਿਆ, ਉਦੋਂ ਘਰ ਦਾ ਲਾਂਘਾ ਟਪਾਉਣ ਲਈ ਮੈਂ ਆਖਿਆ ਸੀ ਕਿ ਇਹ ਮੁਰਕੀਆਂ ਵੇਚ ਦਿਓ। ਪਰ ਉਸ ਪਤਾ ਕੀ ਆਖਿਆ ਤੁਹਾਡੇ ਅੱਬਾ ਨੇ ਪੁੱਤ? ਪੁਰਸ ਆਖਿਆ, ਮੈਂ ਸਾਰੀ ਉਮਰ ਹੀ ਤੇਰੇ ਕੰਨਾਂ ਦੇ ਵਿੱਚ ਲਮਕਦੀਆਂ ਵੇਖਾਂਗਾ, ਤੂੰ ਇੰਜ ਨਾ ਆਖ, ਇਹ ਨਹੀਂ ਮੈਂ ਵੇਚਣੀ। ਮਾਂ ਦੀਆਂ ਝੁਰੜੀਆਂ ਦੇ ਵਿੱਚ ਹੰਝੂਆਂ ਦੀਆਂ ਤਤੀਰੀਆਂ ਫਸੀਆਂ ਹੋਈਆਂ ਸਨ ਇਹ ਗੱਲ ਕਰਦੀ ਦੀ। ਕਰੀਮੂ ਤੇ ਰਹੀਮੂ ਦੋਵੇਂ ਸਾਹਮਣੇ ਮਾਂ ਦੇ ਕੋਲ ਸੁੰਨ ਹੋਏ ਬੈਠੇ ਸਨ, ਸੁੰਨ ਪੱਥਰ ਚੁੱਪ। ਮਾਂ ਕੁਝ ਰੋਕ ਕੇ ਬੋਲੀ, ਮੈਂ ਉਮਰ ਭਰ ਇਹਨਾਂ ਮੁਰਕੀਆਂ ਨੂੰ ਸਾਂਭ ਰੱਖਦੀ ਆਈ ਹਾਂ ਪੁੱਤਰ। ਜੇ ਮੈਂ ਮਰ ਗਈ, ਇਹ ਮੇਰੇ ਨਾਲ ਹੀ ਮੇਰੀ ਕਬਰ ਦੇ ਵਿੱਚ ਦਫਨਾ ਦੇਣੀ ਹੈ, ਮੇਰੇ ਨਾਲ ਹੀ ਮੇਰੀ ਕਬਰ ਦੇ ਵਿੱਚ ਦਬਾ ਦੇਣੀ ਹੈ। ਤੁਹਾਡੇ ਅੱਬਾ ਦੀ ਯਾਦ ਹੈ ਪੁੱਤ। ਉਹਦਾ ਗਲਾ ਰੁਕ ਗਿਆ ਤੇ ਅੱਗੋਂ ਉਹ ਕੁਝ ਨਾ ਕਹਿ ਸਕੀ, ਉਹਦਾ ਗਲਾ ਭਰ ਗਿਆ। ਬਿੰਦ ਕੁ ਮਗਰੋਂ ਦੋਵੇਂ ਭਰਾ ਉੱਠ ਕੇ ਬਾਹਰ ਨਿਕਲ ਆਏ।
ਆਕਾਸ਼ ਦੇ ਤਾਰੇ ਬਿੱਲੀ ਦੀਆਂ ਅੱਖਾਂ ਵਾਂਗ ਲਟ-ਲਟ ਪੈ ਝਾਕਦੇ ਸਨ, ਜਿਵੇਂ ਉਹਨਾਂ ਨੂੰ ਘੁਰਕ ਰਹੇ ਹੋਣ, ਜਿਵੇਂ ਉਹਨਾਂ ਨੂੰ ਘੂਰ ਰਹੇ ਹੋਣ। ਦੋਵੇਂ ਨਾਲ ਡੱਠੀਆਂ ਮੰਜੀਆਂ 'ਤੇ ਪੈ ਕੇ ਗੱਲਾਂ ਜਿਹੀਆਂ ਕਰਨ ਲੱਗ ਪਏ। ਯਾਰ ਮਾਂ ਤਾਂ ਐਵੇਂ ਨਾ ਮਰਨ ਕਰਦੀ ਰਹਿੰਦੀ ਹੈ, ਕਰੀਮੂ ਬੋਲਿਆ। ਰੱਬ ਕਰੇ ਯਾਰ, ਰੱਬ ਕਰੇ ਮਾਂ ਕਦੀ ਨਾ ਮਰੇ ਤੇ ਨਾ ਹੀ ਉਹਦੀਆਂ ਮੁਰਕੀਆਂ ਦੱਬੀਆਂ ਜਾਣ। ਰਹੀਮੂ ਨੇ ਬੜੇ ਹੀ ਤਰਸ ਜਿਹੇ ਭਾਵ ਦੇ ਨਾਲ ਆਖਿਆ। ਹਾਂ ਉਹ ਜਿਉਂਦੀ ਰਹੇ ਤੇ ਵੇਖਦੀ ਰਹੇ ਆਪਣੀਆਂ ਮੁਰਕੀਆਂ ਨੂੰ। ਰੱਬ ਕਰੇ ਮਾਂ ਸਾਡੀ ਕਦੀ ਨਾ ਮਰੇ। ਫਿਰ ਉਹ ਦੋਵੇਂ ਚੁੱਪ ਕਰ ਗਏ। ਸਾਰੇ ਪਾਸੇ ਚੁੱਪ ਛਾ ਗਈ। ਰਹੀਮੂ ਨੇ ਫਿਰ ਪੁੱਛਿਆ, ਯਾਰ ਭਲਾ ਸੋਨਾ ਵੀ ਕਦੀ ਦੱਬੀਦਾ ਹੈ ਭੋਏ ਦੇ ਵਿੱਚ? ਉਹ ਕਾਹਨੂੰ, ਮਾਂ ਤਾਂ ਸਦੈਣ ਹੈ। ਲੋਕੀ ਤਾਂ ਸੋਨਾ ਸਗੋਂ ਧਰਤੀ 'ਚੋਂ ਕੱਢਦੇ ਹੁੰਦੇ ਨੇ। ਕਿੰਨੇ ਕੰਮ ਆਉਂਦਾ ਸੋਨਾ। ਸੋਨੇ ਦੇ ਪੈਸੇ, ਪੈਸੇ ਦੇ ਦਾਣੇ, ਦਾਣੇ ਦੀਆਂ ਰੋਟੀਆਂ ਤੇ ਫਿਰ ਰੱਜ ਕੇ ਖਾਈ ਦੀਆਂ ਰੋਟੀਆਂ। ਇਉਂ ਗੱਲਾਂ ਕਰਦੇ ਕਰਦੇ ਉਹ ਦੋਵੇਂ ਸੌਂ ਗਏ। ਖੈਰ ਕਈ ਦਿਨ ਹੋਰ ਲੰਘ ਗਏ। ਓੜਕ ਅੰਤਾਂ ਦੀ ਉਦਾਸੀ ਦਾ ਉਹ ਦਿਨ ਆ ਹੀ ਗਿਆ ਜਿਹਦੇ ਬਾਰੇ ਉਹਨਾਂ ਕਦੀ ਸ਼ਾਇਦ ਸੋਚਿਆ ਵੀ ਨਹੀਂ ਸੀ। ਉਹਨਾਂ ਦੀ ਮਾਂ ਰਿੜਕਦੀ ਓੜਕ ਰਿੜਕਦੀ ਮਾਂ ਦਾ ਅੰਤ ਹੋ ਗਿਆ। ਮਾਂ ਅੱਲਾ ਨੂੰ ਪਿਆਰੀ ਹੋ ਗਈ। ਦੋਵੇਂ ਭਰਾ ਇਸ ਦੁਨੀਆ ਦੇ ਵਿੱਚ ਇਕੱਲੇ ਹੋ ਗਏ। ਦੋਵਾਂ ਭਰਾਵਾਂ ਨੇ ਨੜੋਆ ਤਿਆਰ ਕੀਤਾ। ਕੋਈ ਇਹਨਾਂ ਦੀ ਸਹਾਇਤਾ ਲਈ ਵੀ ਨਾ ਪਹੁੰਚਿਆ। ਪਿੰਡ ਵਾਲੇ ਕਿਹੜਾ ਉਹਨਾਂ ਨੂੰ ਪਸੰਦ ਕਰਦੇ ਸਨ। ਉਹਨਾਂ ਵਿਚਾਰਿਆਂ ਨੇ ਆਪ ਹੀ ਕਬਰ ਪੁੱਟੀ ਤੇ ਅੰਤਮ ਦਰਸ਼ਨਾਂ ਲਈ ਮਾਂ ਦਾ ਮੂੰਹ ਨੰਗਾ ਕੀਤਾ। ਤੇ ਅੰਤਮ ਦਰਸ਼ਨਾਂ ਵਾਸਤੇ ਕੌਣ ਸਨ ਉੱਥੇ? ਸਿਰਫ ਰਹੀਮੂ ਤੇ ਕਰੀਮੂ ਤੇ ਵਿਚਾਲੇ ਉਹਨਾਂ ਦੀ ਮੋਈ ਹੋਈ ਮਾਂ। ਦੋਹਾਂ ਕੰਨਾਂ ਵਿੱਚ 2 ਸੋਨੇ ਦੀਆਂ ਮੁਰਕੀਆਂ ਉਸੇ ਤਰ੍ਹਾਂ ਲਮਕ ਰਹੀਆਂ ਸਨ, ਉਹਨਾਂ ਦੇ ਪਿਓ ਦੀ ਯਾਦਗਾਰ। ਉਸੇ ਤਰ੍ਹਾਂ, ਕਿਉਂਕਿ ਮਾਂ ਨੇ ਆਖਿਆ ਸੀ ਨਾ, ਮੇਰੀ ਕਬਰ ਦੇ ਵਿੱਚ ਹੀ ਮੇਰੇ ਨਾਲ ਦਫਨਾ ਦੇਣਾ। ਉਹ ਉਸੇ ਤਰ੍ਹਾਂ ਹੀ ਉੱਥੇ ਸਨ। ਮਾਂ ਨੂੰ ਚੰਗੀ ਤਰ੍ਹਾਂ ਦਫਨਾ ਕੇ ਦੋਵੇਂ ਘਰ ਪਰਤ ਆਏ। ਉਹਨਾਂ ਵਿਚਾਰਿਆਂ ਦੇ ਕੋਲ ਕੋਈ ਡਿਲੀਵਰੀ ਵਾਸਤੇ ਉਹਨਾਂ ਦੇ ਕੋਲ ਆ ਕੇ ਵੀ ਨਾ ਬੈਠਾ। ਪਿੰਡ ਵਾਲਾ ਕੋਈ ਵੀ ਬੰਦਾ ਉਹਨਾਂ ਦੇ ਕੋਲ ਨਾ ਆਇਆ। ਨਾ ਹੀ ਪਿੰਡ ਵਿੱਚ ਕਿਸੇ ਨੂੰ ਉਹਨਾਂ ਦੀ ਮਾਂ ਦਾ ਗਮ ਸੀ। ਰਾਤੀ ਦੋਵੇਂ ਭੁੱਖੇ ਭਾਣੇ ਮੰਜਿਆਂ 'ਤੇ ਚੁੱਪਚਾਪ ਜਿਹੇ ਪੈ ਗਏ। ਕੁਝ ਚਿਰ ਮਗਰੋਂ ਕਰੀਮੂ ਦੇ ਮੂੰਹੋਂ ਨਿਕਲਿਆ, ਚਲੋ ਜੀ ਤੁਰ ਗਈ ਆ ਮਾਂ ਵੀ ਅੱਜ। ਤੇ ਨਾਲ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਹੁਣ ਕਿੱਥੇ ਜਾਏਗੀ ਕਰੀਮੂ? ਰਹੀਮੂ ਨੇ ਵੀ ਚੁੱਪ ਜਿਹੀ ਤੋੜੀ। ਬਹਿਸ਼ਤੀ ਜਾਏਗੀ ਮਾਂ ਤੇ ਫਿਰ ਮੁਰਖੀਆਂ ਵੀ ਨਾਲ ਹੀ ਬਹਿਸ਼ਤੀ ਜਾਣਗੀਆਂ। ਮੁਰਖੀਆਂ? ਇਹ ਸੁਣ ਕੇ ਕਰੀਮੂ ਕੋਈ ਉੱਤਰ ਨਾ ਦੇ ਸਕਿਆ। ਇਹ ਗੱਲਾਂ ਕਰਦੇ ਕਰਦੇ ਓੜਕ ਉਹਨਾਂ ਦੋਨਾਂ ਨੂੰ ਨੀਂਦਰ ਆ ਗਈ। ਥੱਕੇ ਸਨ। ਧਰੂਦ ਵਾਲੇ ਘੁੰਮਣ ਵਾਲੀ 7 ਰਿਸ਼ੀਆਂ ਦੀ ਖੇਤੀ ਕਿਤੇ ਦੀ ਕਿਤੇ ਜਾ ਚੁੱਕੀ ਸੀ। ਕਿੰਨੇ ਹੀ ਤਾਰੇ ਆਕਾਸ਼ੋਂ ਬੁੱਝ ਚੁੱਕੇ ਸਨ ਜਦ ਰਹੀਮੂ ਕਸਮੇੜ ਜਿਹਾ ਖਾਂਦਾ ਇੱਕਦਮ ਜਾਗਿਆ। ਰਾਤ ਐਡੀ ਅੱਜ ਡਰਾਉਣੀ ਸੀ ਨਾ। ਅੱਜ ਇਹ ਪਹਿਲੀ ਰਾਤ ਸੀ ਮਾਂ ਤੋਂ ਬਿਨਾਂ। ਇਹ ਰਾਤ ਐਡੀ ਡਰਾਉਣੀ ਸੀ ਜਿੱਡਾ ਉਹਨਾਂ ਦੀ ਮੋਈ ਮਾਂ ਦਾ ਚਿਹਰਾ ਸੀ। ਇਹ ਰਾਤ ਕੁਝ ਇਸ ਤਰ੍ਹਾਂ ਦੀ ਡਰਾਉਣੀ ਸੀ। ਉਸ ਸਹਿਜੇ ਜਿਹੇ ਭਰਾ ਨੂੰ ਜਗਾ ਕੇ ਆਖਿਆ, ਬਾਈ ਬਹੁਤ ਭੁੱਖ ਲੱਗੀ ਹੈ ਯਾਰ, ਬਹੁਤ ਭੁੱਖ ਲੱਗੀ ਹੈ। ਘਰ ਵਿੱਚ ਤਾਂ ਯਾਰ ਕੁਛ ਵੀ ਨਹੀਂ। ਕਰੀਮੂ ਨੇ ਉਹਨੂੰ ਉੱਤਰ ਦਿੱਤਾ, ਘਰ ਵਿੱਚ ਤੇ ਖਾਣ ਨੂੰ ਕੁਛ ਵੀ ਨਹੀਂ। ਫਿਰ ਉਹ ਕਿੰਨਾ ਚਿਰ ਦੋਵੇਂ ਗੁੰਮ ਜਿਹੇ ਇਸੇ ਤਰ੍ਹਾਂ ਪਏ ਰਹੇ। ਪਰ ਰਹੀਮੂ ਨੇ ਮੁੜ ਕੇ ਆਖਿਆ, ਭੁੱਖ ਡਾਢੀ ਲੱਗੀ ਸੀ ਨਾ ਉਸਨੂੰ। ਮੈਂ ਖਰੋਟ ਭੰਨ ਕੇ ਖਾ ਲਵਾਂ। ਉਹ ਖੇਡਾਂਗੇ ਕਾਹਦੇ ਨਾਲ? ਜੇ ਤੂੰ ਖਰੋਟ ਭੰਨ ਕੇ ਖਾ ਲੈ ਤਾਂ ਸਵੇਰੇ ਖੇਡਾਂਗੇ ਕਾਹਦੇ ਨਾਲ? ਮੁੜ ਇੱਕ ਹੂਕ ਜਿਹੀ ਛਾ ਗਈ ਤੇ ਫਿਰ ਦੋਵੇਂ ਚੁੱਪ ਹੋ ਗਏ। ਫਿਰ ਮੈਂ ਕੀ ਖਾਵਾਂ? ਅਗਲਾ ਸਵਾਲ ਉਸਦਾ ਇਹ ਸੀ। ਦੂਜੇ ਨੂੰ ਕਿਹੜਾ ਇਸ ਦਾ ਕੋਈ ਜਵਾਬ ਦਾ ਪਤਾ ਸੀ। ਫਿਰ ਇੱਕੋ ਵਾਰੀ ਇੱਕ ਫੁਰਨਾ ਜੀਕਰ ਦੋਹਾਂ ਨੂੰ ਫੁਰ ਪਿਆ ਹੁੰਦਾ ਹੈ। ਬਿਨਾਂ ਹੋਰ ਕੁਝ ਬੋਲਿਆਂ ਦੋਵੇਂ ਉੱਠ ਖਲੋਤੇ। ਮਲਕੜੇ ਜਿਹੇ ਇੱਕ ਨੇ ਕਹੀ ਚੁੱਕੀ ਤੇ ਦੂਜੇ ਨੇ ਕੰਧਾਲਾ, ਤੇ ਸਹਿਜੇ ਦੋਵੇਂ ਬਾਹਰ ਨਿਕਲ ਗਏ। ਦੋਨਾਂ ਦੇ ਦਿਮਾਗ ਦੇ ਵਿੱਚ ਬਿਨਾਂ ਇੱਕ ਦੂਜੇ ਦੇ ਨਾਲ ਗੱਲ ਕੀਤਿਆਂ ਇੱਕੋ ਹੀ ਵਿਚਾਰ ਸੀ, ਸੋਨੇ ਦੀਆਂ ਮੁਰਗੀਆਂ।
ਕਿਉਂਕਿ ਸੋਨੇ ਦੀਆਂ ਮੁਰਕੀਆਂ ਸੋਨੇ ਨੂੰ ਵੇਚ ਕੇ ਆਉਂਦੇ ਨੇ ਪੈਸੇ ਨਾਲ ਦਾਣੇ ਅਤੇ ਦਾਣੇ ਨਾਲ ਰੋਟੀਆਂ, ਅਤੇ ਫਿਰ ਰੱਜ ਰੱਜ ਕੇ ਰੋਟੀਆਂ ਖਾਂਦੇ ਨੇ। ਉਹ ਵਿਚਾਰ ਸ਼ਾਇਦ ਉਹਨਾਂ ਦੇ ਦਿਮਾਗ ਦੇ ਵਿੱਚ ਘੁੰਮਣ ਲੱਗ ਪਿਆ ਅਤੇ ਦੋਵੇਂ ਬਾਹਰ ਨੂੰ ਨਿਕਲ ਕੇ ਤੁਰ ਪਏ। ਰਾਤ ਮੌਤ ਜਿੱਡੀ ਖਾਮੋਸ਼ ਸੀ ਅੱਜ। ਸਜਰੀ ਦੱਬੀ ਮਾਂ ਦੀ ਕਬਰ ਉੱਤੇ ਦੋ ਕਾਲੇ ਵਜੂਦ ਅਹਿਲ ਖਲੋਤੇ ਸਨ। ਮਾਂ ਦੀ ਕਬਰ ਦੇ ਕੋਲ ਉਹ ਪਹੁੰਚ ਗਏ। ਇਸ ਤਰ੍ਹਾਂ ਲੱਗਦੇ ਸਨ ਜਿਕਣ ਮ੍ਰਿਤੂ ਦੇ ਪਰਛਾਵੇਂ ਹੁੰਦੇ ਨੇ। ਕਿੰਨਾ ਚਿਰ ਕੋਈ ਆਵਾਜ਼ ਪੈਦਾ ਨਾ ਹੋਈ ਉੱਥੇ, ਸ਼ਾਂਤ ਚੁੱਪ। ਕੁਝ ਚਿਰ ਮਗਰੋਂ ਸਾਂ ਜਿਹੀ ਹੋਈ। ਉਹ ਕਰੀਮੂ ਮਾਰ ਵੀ ਟੱਕ ਯਾਰ। ਸਹਿਜੇ ਹੀ ਰਹੀਮੂ ਦੇ ਮੂੰਹੋਂ ਮਸਾ ਨਿਕਲਿਆ, ਤੂੰ ਵੀ ਤਾਂ ਮਾਰ। ਕਰੀਮੂ ਨੇ ਵੀ ਕੰਬਦੀਆਂ ਬਾਹਾਂ ਦੇ ਨਾਲ ਕਹੀ, ਆਪਣੇ ਵੱਲ ਝੁਕਾਉਂਦਿਆਂ ਕਿਹਾ। ਇੱਕ ਪਾਸੇ ਭੁੱਖ, ਅੰਤਾਂ ਦੀ ਭੁੱਖ, ਤੇ ਇੱਕ ਪਾਸੇ ਸੋਨੇ ਦੀਆਂ ਮੁਰਕੀਆਂ, ਪੈਸਿਆਂ ਦੇ ਦਾਣੇ ਅਤੇ ਫਿਰ ਉਸ ਦੀਆਂ ਰੋਟੀਆਂ। ਉਹਨਾਂ ਦੀ ਹਿੱਕਾਂ ਠੱਕ ਠੱਕ ਵੱਜ ਰਹੀਆਂ ਸਨ। ਕਹੀ ਤੇ ਕੰਧਾਲਾ ਜੀਕਰ ਉਹਨਾਂ ਤੋਂ ਚੁੱਕੇ ਹੀ ਨਹੀਂ ਜਾ ਰਹੇ ਸਨ। ਕਬਰ ਪੁੱਟਣ ਲਈ ਹਥਿਆਰਾਂ ਨੂੰ ਉਭਾਰ ਕੇ ਉਹ ਟੱਕ ਮਾਰਨਾ ਚਾਹੁੰਦੇ ਸਨ ਕਿ ਬਾਹਾਂ ਜੀਕਰ ਸਤਿਆਹੀਣ ਹੋ ਗਈਆਂ ਹੋਣ ਦੋਹਾਂ ਦੀਆਂ। ਰਾਤ ਦੀ ਖਾਮੋਸ਼ੀ ਦੇ ਵਿੱਚੋਂ ਇੱਕ ਬੇਮਾਲੂਮ ਜਿਹੀ ਆਵਾਜ਼ ਉਹਨਾਂ ਦੇ ਕੰਨਾਂ ਦੇ ਵਿੱਚ ਗੂੰਜੀ। ਪਤਾ ਨਹੀਂ ਅਸਮਾਨ ਤੋਂ ਆਈ ਜਾਂ ਜ਼ਮੀਨ ਤੋਂ ਪਾੜ ਕੇ ਉਹਨਾਂ ਦੀ ਕਬਰ ਬੋਲੀ ਸੀ ਮਾਂ ਦੀ। ਜੀਕਰ ਆਕਾਸ਼ ਤੇ ਪਤਾਲ ਦੋਵੇਂ ਬੋਲ ਉੱਠੇ ਹੋਣ। ਕਬਰ ਵਿੱਚ ਮੇਰੇ ਨਾਲ ਦਬਾ ਦੇਣੀਆਂ ਮੇਰੀਆਂ ਮੁਰਕੀਆਂ, ਮੇਰੇ ਬੱਚਿਓ, ਤੁਹਾਡੇ ਅੱਬਾ ਦੀ ਯਾਦ ਹੈ ਮੇਰਾ ਬੱਚਾ। ਇਹ ਆਵਾਜ਼ ਉਹਨਾਂ ਦੇ ਕੰਨਾਂ ਦੇ ਵਿੱਚ ਪਤਾ ਨਹੀਂ ਕਿੱਥੋਂ ਪਈ। ਮਾਂ ਰਹੀਮੂ ਦੇ ਮੂੰਹੋਂ ਬੇਤਹਾਸ਼ਾ ਹੀ ਨਿਕਲਿਆ, ਜੇਕਰ ਉਹ ਰੋ ਪਿਆ ਹੋਵੇ ਉੱਚੀ ਹੁਣ। ਚੱਲ ਰਹੀਮੂ, ਕਰੀਮੂ ਕੇਵਲ ਇੰਨਾ ਹੀ ਆਖ ਸਕਿਆ। ਹਥਿਆਰ ਦੋਹਾਂ ਦੇ ਹੱਥੋਂ ਢਹਿ ਪਏ। ਤਾਰਿਆਂ ਦੀ ਲੋ ਵਿੱਚ ਉਹਨਾਂ ਘਰ ਨੂੰ ਮੁੜਦੇ ਜਾਂਦਿਆਂ ਦੀ ਅੱਖਾਂ ਦੇ ਵਿੱਚ ਹੰਝੂ ਚਮਕ ਰਹੇ ਸਨ ਤੇ ਮਾਂ ਉਸੇ ਤਰ੍ਹਾਂ ਦਫਨ ਸੀ, ਤੇ ਉਸਦੇ ਕੰਨਾਂ ਦੇ ਵਿੱਚ ਉਸਦੀਆਂ ਮੁਰਕੀਆਂ, ਕਿਉਂ ਹੋ ਗਿਆ ਨਾ ਉਦਾਸ? ਮੈਂ ਤੁਹਾਨੂੰ ਕਿਹਾ ਸੀ ਕਿ ਇਹ ਕਹਾਣੀ ਹੀ ਅਸਲ ਦੇ ਵਿੱਚ ਇੱਦਾਂ ਦੀ ਹੈ। ਇਹ ਨਹੀਂ ਕਿ ਅਸੀਂ ਕਹਾਣੀਆਂ ਉਦਾਸ ਹੀ ਚੁਣਦੇ ਹਾਂ, ਪਰ ਗੱਲ ਇਹ ਕਿ ਸਾਡਾ ਲਿਟਰੇਚਰ, ਪੰਜਾਬੀ ਸਾਹਿਤ ਹੈ ਹੀ ਐਡਾ ਮਹਾਨ, ਹੈ ਹੀ ਇੰਨਾ ਵੱਡਾ, ਇੰਨੇ ਜਜ਼ਬਾਤਾਂ ਭਰਿਆ, ਅਤੇ ਅਸੀਂ ਹਰ ਕਿਸਮ ਦਾ ਜਜ਼ਬਾਤ ਚੁੱਕ ਕੇ ਲਿਆਈਦਾ। ਔਰ ਵੱਡੀ ਗੱਲ ਇਹ ਆ ਕਿ ਜਿਹੜੇ ਸਾਡੇ ਪਿਛੋਕੜ ਦੇ ਵਿੱਚ ਆ, ਸਾਡੇ ਬਜ਼ੁਰਗ ਕਹਿ ਲਓ, ਸਾਡੇ ਪੇਰੈਂਟਸ ਕਹਿ ਲਓ, ਗ੍ਰੈਂਡ ਪੇਰੈਂਟਸ, ਉਹਨਾਂ ਨੇ ਜ਼ਿੰਦਗੀ ਦੇ ਵਿੱਚ ਦੇਖਿਆ ਹੀ ਇੰਨਾ ਕੁਛ। ਸੋ ਇਹ ਸਾਹਿਤ ਹੈ ਜਿਹੜਾ ਉਹ ਸਾਨੂੰ ਸਾਡਾ ਆਪਣਾ ਹੀ ਅਸਲ ਦੇ ਵਿੱਚ ਇਤਿਹਾਸ ਦੱਸ ਰਿਹਾ ਹੁੰਦਾ। ਤਾਂ ਫਿਰ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਦੇ ਨਾਲ ਨਾ ਜੋੜੀਏ ਨਾ? ਬਿਲਕੁਲ ਜੋੜਨਾ ਜੀ। ਸੋ ਉਦਾਸ ਤੁਸੀਂ ਹੋ ਗਏ ਹੋ ਮੈਨੂੰ ਪਤਾ, ਪਰ ਮੈਨੂੰ ਇਹ ਵੀ ਪਤਾ ਕਿ ਆਪਾਂ ਚੜ੍ਹਦੀ ਕਲਾ ਵਾਲੇ ਲੋਕ ਹਾਂ। ਤਾਂ ਹੀ ਤਾਂ ਟੋਰਾਂਟੋ ਦੀ ਧਰਤੀ ਦੇ ਉੱਤੇ, ਕੈਨੇਡਾ ਦੀ ਧਰਤੀ ਦੇ ਉੱਤੇ ਅਸੀਂ ਆਪਣੀ ਜਿਹੜੀ ਆ ਕਾਮਯਾਬੀ ਦੇ ਮੰਜ਼ਰ ਉਸਾਰੇ ਨੇ ਜੀ, ਔਰ ਵੱਡੇ ਮੰਜ਼ਰ, ਔਰ ਪੂਰੀ ਦੁਨੀਆ ਜਿਹੜੀ ਇਹ ਵੇਖਦੀ ਹੈ ਜੀ। ਸੋ ਆਪਾਂ ਚੜ੍ਹਦੀ ਕਲਾ ਵਾਲੇ ਹਾਂ। ਸੋ ਇਹਨਾਂ ਚੀਜ਼ਾਂ ਨੂੰ ਯਾਦ ਵੀ ਰੱਖਣਾ, ਅਤੇ ਪਰ ਸਾਨੂੰ ਇਸ ਗੱਲ ਦਾ ਵੀ ਜ਼ਿਹਨ ਦੇ ਵਿੱਚ ਯਾਦ ਰੱਖਣ ਦੀ ਲੋੜ ਹੈ ਕਿ ਆਪਾਂ ਅੱਗੇ ਵੀ ਵਧਣਾ ਜ਼ਿੰਦਗੀ ਦੇ ਵਿੱਚ। ਬੜਾ ਕੁਝ ਯਾਦ ਆਉਂਦਾ ਇਸ ਕਹਾਣੀ ਦੇ ਨਾਲ, ਆਪਣੇ ਭੈਣ ਭਰਾ, ਪੇਰੈਂਟਸ, ਖਾਸ ਤੌਰ 'ਤੇ ਮਾਂ ਦਾ ਚਿਹਰਾ, ਹੈ ਨਾ। ਅਤੇ ਯਾਦ ਰੱਖੋ ਇਹਨਾਂ ਚੀਜ਼ਾਂ ਨੂੰ, ਦਿਲ ਦੇ ਵਿੱਚ ਪਿਆਰ ਤੁਸੀਂ ਬਣਾਈ ਰੱਖੋ। ਅਤੇ ਫਿਰ ਆਪਾਂ ਐਂ ਕਰਦੇ ਹਾਂ, ਹੁਣ ਅਗਲੀ ਪੋਡਕਾਸਟ ਤੱਕ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ। ਜਤਿੰਦਰ ਗਿੱਧਾ ਸ਼ੋਅ ਨੂੰ ਪਿਆਰ ਦੇਣ ਵਾਸਤੇ ਬਹੁਤ ਮਿਹਰਬਾਨੀ।